ਅਮਰੀਕਾ, ਚੀਨ, ਭਾਰਤ ਇਹਨਾਂ ਦੇ ਆਪਸੀ ਸੰਬੰਧਾਂ ਬਾਰੇ ਕੀ ਇਸ ਵੇਲੇ ਚਰਚਾ ਚੱਲ ਰਹੀ ਹੈ। ਦੁਨੀਆ ਦੇ ਵਿੱਚ ਜਿਹੜੀਆਂ ਵੱਡੀਆਂ ਤਾਕਤਾਂ ਨੇ ਕਿਸ ਕਿਸਮ ਦੀ ਇਸ ਵੇਲੇ ਹਾਲਤ ਵਿੱਚ ਚੀਨ ਦੇ ਭਾਰਤੀ ਫੌਜੀਆਂ ਨੂੰ ਹਰਾਸ ਕਰ ਰਹੇ ਆ, ਉਹਦੀਆਂ ਖਬਰਾਂ ਆ ਰਹੀਆਂ। ਇਸ ਨੂੰ ਲੈ ਕੇ ਅੱਜ ਰਾਜਨਾਥ ਸਿੰਘ ਜਿਹੜੇ ਆ ਉਹ ਕੌਮੀ ਸੁਰੱਖਿਆ ਸਲਾਹਕਾਰ ਨੂੰ ਵੀ ਮਿਲੇ ਆ, ਫੌਜ ਦੇ ਤਿੰਨੇ ਜਰਨੈਲਾਂ ਨੂੰ ਵੀ ਮਿਲੇ ਆ, ਮੋਦੀ ਉਹਨਾਂ ਨਾਲ ਵੀ ਮੀਟਿੰਗਸ ਹੋਈਆਂ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਵੀ ਇਹ ਕਿਵੇਂ ਆਪਾਂ ਗੱਲ ਕਰਨੀ ਆ। ਚੀਨ ਦੇ ਫੌਜੀ ਜਿਹੜੇ ਆ ਉਹ ਇੱਧਰ ਆ ਕੇ 3-4 ਕਿਲੋਮੀਟਰ ਅੰਦਰ ਤੱਕ ਆ ਕੇ ਬੰਕਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਟੈਂਟ ਕੱਢ ਲਏ ਉਹਨਾਂ ਨੇ। ਹੁਣ ਅਮਰੀਕਾ ਦੀ ਪੂਰੀ ਹੈਗੀ ਆ ਸ਼ਹਿ ਭਾਰਤ ਨੂੰ, ਅਤੇ ਉਹ ਕਹਿ ਰਹੇ ਆ ਵੀ ਲੜੋ। ਉੱਧਰੋਂ ਚੀਨ ਜਿਹੜਾ ਆ ਉਹਨੇ ਸੀ-ਪੈਕ ਹਾਈਵੇ ਜਿਹੜਾ ਜੀ ਬਣਾਇਆ, ਉਹ ਜੰਮੂ ਕਸ਼ਮੀਰ ਤੋਂ ਉੱਪਰ ਗਿਲਗਿਤ ਤੋਂ ਥੱਲੇ ਗਵਾਦਰ ਏਅਰਪੋਰਟ ਜਿਹੜੀ ਆ ਕਰਾਚੀ ਦੇ ਪਰਲੇ ਪਾਸੇ ਥੱਲੇ ਜਾ ਕੇ ਸਮੁੰਦਰ ਦੇ ਨਾਲ ਜੁੜਦੀ ਆ, ਉੱਥੋਂ ਸਿੱਟਿਆ ਜੀ ਉੱਪਰ ਉਹਨਾਂ ਨੇ ਹਾਈਵੇ ਬਹੁਤ ਵੱਡਾ। ਅਤੇ ਉਹਦੇ ਨਾਲ ਕੀ ਹੋਇਆ ਕਿ ਉਹਦੀ ਮੱਧ ਏਸ਼ੀਆ, ਯੂਰੇਸ਼ੀਆ ਅਤੇ ਜਿਹੜੇ ਹੋਰ ਮੁਲਕ ਨੇ ਅਫਰੀਕਾ ਤੱਕ ਜਿਹੜੀ ਪਹੁੰਚ ਆ ਸਿੱਧੀ ਹੋ ਗਈ ਹੈ। ਅਤੇ ਉਹ ਹਾਈਵੇ ਸ਼ੁਰੂ ਕਰਨਾ ਅਤੇ ਅਮਰੀਕਾ ਦੇ ਰਾਹੀਂ ਭਾਰਤ ਦੀ ਕੋਸ਼ਿਸ਼ ਆ ਵੀ ਉਹ ਜਿਹੜਾ ਹਾਈਵੇ ਕਿਸੇ ਤਰ੍ਹਾਂ ਕੇ ਚੱਲੇ ਨਾ, ਉਹਦੇ ਵਿੱਚ ਕੋਈ ਖਰਾਬੀਆਂ ਆਉਣ, ਉੱਥੇ ਪ੍ਰੋਬਲਮਸ ਆਉਣ ਚੀਨ। ਸੋ ਹੁਣ ਮਾਹਰ ਜਿਹੜੇ ਆ ਉਹ ਇਹ ਕਹਿਣ ਲੱਗ ਪਏ, ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਚੀਨ ਨੂੰ ਪਤਾ ਵੀ ਭਾਰਤ ਨੇ, ਅਮਰੀਕਾ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸੀ-ਪੈਕ ਹਾਈਵੇ ਆ ਇਹਨੂੰ ਚਲਾਉਣ ਵਿੱਚ ਪ੍ਰੋਬਲਮਸ ਦਈਏ, ਕਿਉਂ ਨਾ ਵੀ ਉਹਨਾਂ ਦਾ ਧਿਆਨ ਆਪਾਂ ਹੋਰ ਪਾਸੇ ਪਾ ਦਈਏ। ਸੋ ਲੱਦਾਖ ਵਾਲੇ ਪਾਸੇ ਚੀਨ ਨੇ ਦੂਏ ਪਾਸੇ ਭਾਰਤ ਦੇ ਜਾ ਕੇ ਇੱਕ ਫਰੰਟ ਖੋਲ੍ਹ ਲਿਆ। ਉੱਥੇ ਲਗਾਤਾਰ ਜਿਹੜੇ ਆ ਉਹਦੇ ਫੌਜੀ। ਅਮਰੀਕਾ ਅਤੇ ਚੀਨ ਦਾ ਆਪਸ ਵਿੱਚ ਰੌਲਾ ਹੁਣ ਕਿੱਥੇ ਕੁ ਪਹੁੰਚਿਆ? ਗੱਲ ਕਿਤੇ ਰੁਕਦੀ ਲੱਗਦੀ ਹੈ ਜਾਂ ਇਹ ਜਿਹੜੀ ਇੱਕ ਟ੍ਰੇਡ ਵਾਰ ਜਾਂ ਕੋਈ ਵੀ ਲੜਾਈ ਕਹਿ ਲਓ ਇਹ ਚੱਲ ਰਹੀ ਹੈ? ਮੈਨੂੰ ਘੱਟੋ ਘੱਟ ਇੱਦਾਂ ਫੀਲ ਹੁੰਦਾ ਜੀ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ ਅਮਰੀਕਾ ਦੀਆਂ ਇਹ ਗੱਲ ਰੁਕਣੀ ਨਹੀਂ ਹੈਗੀ। ਹੁਣ ਚੀਨ ਦੀਆਂ 33 ਕੰਪਨੀਆਂ ਜਿਹੜੀਆਂ ਜੀ ਹੋਰ ਕੁਝ ਤਾਂ ਪਹਿਲੇ ਅਮਰੀਕਾ ਨੇ ਬਲੈਕ ਲਿਸਟ ਕੀਤੀਆਂ ਜੀ, 33 ਕੰਪਨੀਆਂ ਹੋਰ ਬਲੈਕ ਲਿਸਟ ਕਰ ਦਿੱਤੀਆਂ। 24 ਕੰਪਨੀਆਂ ਅਜਿਹੀਆਂ ਆ, 24 ਅਦਾਰੇ ਇਹੋ ਜਿਹੇ ਆ ਜਿਨ੍ਹਾਂ ਦੇ ਉੱਤੇ ਅਮਰੀਕਨ ਕਾਂਗਰਸ ਨੇ ਦੋਸ਼ ਇਹ ਲਾਇਆ ਕਿ ਇਹ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਨਾਲ ਜੁੜੇ ਹੋਏ ਆ ਜਾਂ ਫੌਜ ਨਾਲ ਜੁੜੇ ਹੋਏ ਆ। ਇਹਨਾਂ ਦੀਆਂ ਜਿਹੜੀਆਂ ਤਾਰਾਂ ਆ ਪਿੱਛੇ ਉਹਨਾਂ ਨਾਲ ਜੁੜੀਆਂ ਹੋਈਆਂ, ਇਹ ਵਪਾਰ ਦੀ ਆੜ ਦੇ ਵਿੱਚ ਗਲਤ ਕੰਮ ਕਰਦੇ। 9 ਕੰਪਨੀਆਂ ਦਾ ਸੰਬੰਧ ਇਹ ਜੋੜਿਆ ਗਿਆ ਵੀ ਜਿਹੜਾ ਇੱਕ ਚੀਨ ਦਾ ਸੂਬਾ ਹੈਗਾ ਸਿਆਂਗਯਾਂਗ, ਉਹਦੇ ਵਿੱਚ ਮੁਸਲਮਾਨਾਂ ਦਾ ਘਾਣ ਹੋ ਰਿਹਾ ਬਹੁਤ ਵੱਡੀ ਪੱਧਰ 'ਤੇ। ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਜਿਹੜੇ ਆ ਜੇਲ੍ਹਾਂ 'ਚ ਨਜ਼ਰਬੰਦ ਆ, ਉਹਨਾਂ ਦੇ ਜ਼ੁਲਮ ਹੋ ਰਿਹਾ, ਕੁੱਟੇ ਮਾਰੇ ਜਾ ਰਹੇ ਆ ਅਤੇ ਉਹਨਾਂ ਦੀ ਗੱਲ ਬਾਹਰ ਵੀ ਨਹੀਂ ਨਿਕਲਣ ਦਿੱਤੀ ਜਾ ਰਹੀ। ਉਹ ਕਹਿੰਦੇ ਇਹ 9 ਕੰਪਨੀਆਂ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਰੱਖੀਆਂ। ਇੱਕ ਅਮਰੀਕਨ ਜਨਰਲ ਨੇ ਗੱਲ ਕਹੀ ਸੀਗੀ, ਇੱਕ ਡਾਕੂਮੈਂਟਰੀ ਮੈਂ ਦੇਖ ਰਿਹਾ ਸੀ YouTube ਦੇ ਉੱਤੇ, ਉਹ ਕਹਿੰਦੇ ਵੀ ਜੇ ਚੀਨ ਨੂੰ ਆਪਾਂ ਹੁਣ ਕਾਬੂ ਨਾ ਕੀਤਾ ਅਤੇ 5 ਸਾਲਾਂ ਦੇ ਵਿੱਚ ਇਹਨੇ ਇੰਨਾ ਕੁ ਵੱਧ ਜਾਣਾ, ਫਿਰ ਆਪਣੇ ਕੋਲ ਕਾਬੂ ਹੋਣਾ ਹੀ ਨਹੀਂ। ਪਰ ਇੰਨੇ ਚਿਰ ਤੋਂ ਬਾਅਦ ਪਹਿਲੀ ਵਾਰੀ ਲੱਗਿਆ ਕਿ ਪ੍ਰਧਾਨ ਮੰਤਰੀ ਨਿਰਾਸ਼ ਸੀਗੇ ਥੋੜ੍ਹੇ ਜਿਹੇ। ਪ੍ਰਧਾਨ ਮੰਤਰੀ ਬਿਲਕੁਲ ਜੀ ਅੱਜ ਆਪਣੇ ਜਿਹੜਾ ਬਿਆਨ ਸੀਗਾ ਉਹ 'ਚ ਨਿਰਾਸ਼ ਇਸ ਕਰਕੇ ਸੀਗੇ। ਉਹ ਕਹਿੰਦੇ ਵੀ ਜਿਹੜੇ ਬਜ਼ੁਰਗਾਂ ਨੇ ਕੈਨੇਡਾ ਬਣਾਇਆ, ਕੈਨੇਡਾ ਸਿਰਜਿਆ, ਉਹਨਾਂ ਦੇ ਬਾਰੇ ਜਦੋਂ ਖਬਰਾਂ ਆਈਆਂ ਕਿ ਜਿਹੜੇ ਉਹਨਾਂ ਦੇ ਸੰਭਾਲ ਘਰ ਆ ਉਹਨਾਂ ਦੇ ਵਿੱਚ ਉਹਨਾਂ ਦੀ ਕੇਅਰ ਸਹੀ ਨਹੀਂ ਹੋ ਰਹੀ। ਉਹ ਕਹਿੰਦੇ ਵੀ ਮੈਨੂੰ ਡਿਸਟਰਬ ਕੀਤਾ, ਇਸ ਗੱਲ ਨੇ ਪਰੇਸ਼ਾਨ ਕੀਤਾ ਆ ਕਿ ਜਦੋਂ ਫੌਜ ਨੇ ਆ ਕੇ ਦੱਸਿਆ ਕਿ ਅੰਟੈਰੀਓ ਦੇ ਕੁਝ ਅਜਿਹੇ ਜਿਹੜੇ ਕਿ ਲੌਂਗ ਟਰਮ ਕੇਅਰ ਹੋਮਸ ਆ, ਉੱਥੇ ਬਜ਼ੁਰਗਾਂ ਦੇ ਨਾਲ ਵਤੀਰਾ ਸਹੀ ਨਹੀਂ ਹੈ। ਸੋ ਉਹਨਾਂ ਦੇ ਡਾਇਪਰ ਚੇਂਜ ਨਹੀਂ ਕੀਤੇ ਜਾਂਦੇ, ਜਿਹੜੀਆਂ ਸਰਿੰਜਾਂ ਹੈਗੀਆਂ ਉਹੀ ਲਾਈ ਜਾ ਰਹੇ ਬਦਲ ਕੇ। ਜਿੱਥੇ ਖਾਣ ਪੀਣ ਦਾ ਸਮਾਨ ਆ ਉੱਥੇ ਗੰਦਗੀ ਹੈਗੀ ਹੈ, ਉਹ ਹਾਕਾਂ ਮਾਰੀ ਜਾਂਦੇ, ਉਹਨੇ ਸੁਣ ਨਹੀਂ ਕਿ ਰਿਹਾ। ਸਟਾਫ ਜਿਹੜਾ ਆ ਉਹਨੂੰ ਪੂਰੀ ਟ੍ਰੇਨਿੰਗ ਹੈ ਨਹੀਂ ਕਿ ਬਜ਼ੁਰਗ ਸਾਂਭਣੇ। ਇਹ ਲੌਂਗ ਟਰਮ ਜਿਹੜੇ ਕੇਅਰ ਹੋਮ ਆ ਅੰਟੈਰੀਓ ਦੇ ਵਿੱਚ ਜਿੱਥੇ ਖਾਸ ਤੌਰ 'ਤੇ ਖਬਰਾਂ ਆ ਰਹੀਆਂ, ਵੈਸੇ ਓਵਰਆਲ ਉੱਥੇ ਕੋਵਿਡ-19 ਦੀ ਕੀ ਹਾਲਤ ਹੈ ਇਸ ਵੇਲੇ? ਹਾਲਤ ਬੜੀ ਵਧੀਆ ਨਹੀਂ ਹੈਗੀ ਜੀ। ਅਤੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਡਗ ਫੂਡ, ਉਹ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਕਹਿੰਦੇ ਮੈਨੂੰ। 26 ਮਈ ਦਿਨ ਮੰਗਲਵਾਰ। ਦੋਸਤੋ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਦ ਸਹੋਤਾ ਐਂਡ ਸਹੋਤਾ ਸ਼ੋਅ। ਅੱਜ ਦੇ ਇਸ ਸ਼ੋਅ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੁਝ ਗੱਲਾਂ ਬਾਤਾਂ ਕਰਾਂਗੇ। ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਹੁਣੀ ਕੁਝ ਆਪਣੀ ਸਪੀਚ ਦੇ ਵਿੱਚ ਨਿਰਾਸ਼ ਨਜ਼ਰ ਆਏ। ਉਹ ਨਿਰਾਸ਼ਤਾ ਦਾ ਕਾਰਨ ਕੀ ਆ? ਅੰਟੈਰੀਓ ਦੇ ਵਿੱਚ ਇਸ ਵੇਲੇ ਕੋਵਿਡ-19 ਦੀ ਖਾਸ ਤੌਰ 'ਤੇ ਗੱਲਬਾਤ ਕੀਤੀ ਜਾਊਗੀ ਔਰ ਅਮਰੀਕਾ, ਚੀਨ, ਭਾਰਤ ਇਹਨਾਂ ਦੇ ਆਪਸੀ ਸੰਬੰਧਾਂ ਬਾਰੇ ਕੀ ਇਸ ਵੇਲੇ ਚਰਚਾ ਚੱਲ ਰਹੀ ਹੈ। ਦੁਨੀਆ ਦੇ ਵਿੱਚ ਜਿਹੜੀਆਂ ਵੱਡੀਆਂ ਤਾਕਤਾਂ ਨੇ ਕਿਸ ਕਿਸਮ ਦੀ ਇਸ ਵੇਲੇ ਹਾਲਤ ਵਿੱਚ ਨੇ। ਸ਼ੋਅ ਤੋਂ ਪਹਿਲਾਂ ਬਾਬਾ ਨਜ਼ਮੀ ਦਾ ਇੱਕ ਸ਼ੇਰ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ।
ਦ ਸੋਹਤਾ ਐਂਡ ਸੋਹਤਾ ਸ਼ੋ, ਗੱਲ ਜ਼ਰਾ ਹਟ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਜੀ ਆਇਆਂ ਨੂੰ। ਸਕਾਨ ਜੀ, ਤੁਹਾਨੂੰ ਅਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਸਥਿਤ ਦਸਾਂਝ ਕਲਾਂ ਵਾਲੇ ਸੁਨਿਆਰਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਹਮੇਸ਼ਾ ਵਾਂਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦਾ ਕਹਿਣਾ ਕਿ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਇਹਨਾਂ ਦੀ ਖਾਸੀਅਤ ਆ, ਜੋ ਬਾਜ਼ਾਰ ਦੇ ਵਿੱਚ ਹੋਰ ਕਿਤੇ ਨਹੀਂ ਮਿਲਦਾ। ਅੱਖੀਂ ਦੇਖਣ ਲਈ ਇਹਨਾਂ ਦੇ ਨਵੇਂ ਨਵੇਂ ਡਿਜ਼ਾਈਨ ਸੋਨਾ ਸ਼ੋਅਰੂਮ ਦੇ ਵਿੱਚ ਇਹਨਾਂ ਦਾ ਯੂਨਿਟ ਨੰਬਰ 332 8128 128 ਸਟਰੀਟ ਸਰੀ ਵਿਖੇ ਪਧਾਰੋ। ਦੁਕਾਨ ਦਾ ਫੋਨ 604 543 9900 ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਆਨਲਾਈਨ ਗਹਿਣੇ ਦੇਖਣੇ ਜਾਂ ਖਰੀਦਣੇ ਹੋਣ ਤਾਂ ਨੰਬਰ ਸੇਵ ਕਰ ਲਓ 604 916 1010। WhatsApp ਕਾਲ ਲਈ 604 916 1010। ਮਹਿੰਦਰਾ ਜੂਲਰਸ। ਗੁਰਪ੍ਰੀਤ ਸਿੰਘ ਜੀ, ਅਸੀਂ ਗੱਲਬਾਤ ਸ਼ੁਰੂ ਕਰਦੇ ਸੀ, ਰੋਜ਼ ਹੀ ਲਗਭਗ ਗੱਲਬਾਤ ਇੱਥੋਂ ਸ਼ੁਰੂ ਕਰਦੇ ਹਾਂ ਵੀ ਅੱਜ ਸਾਡੇ ਪ੍ਰਧਾਨ ਮੰਤਰੀ ਹੋਰਾਂ ਨੇ ਕੀ ਐਲਾਨ ਕੀਤਾ ਜਾਂ ਕੀ ਅੱਜ ਅਪਡੇਟ ਦਿੱਤੀ। ਪਰ ਅੱਜ ਇੰਨੇ ਚਿਰ ਤੋਂ ਬਾਅਦ ਪਹਿਲੀ ਵਾਰੀ ਲੱਗਿਆ ਕਿ ਪ੍ਰਧਾਨ ਮੰਤਰੀ ਨਿਰਾਸ਼ ਸੀਗੇ ਥੋੜ੍ਹੇ ਜਿਹੇ। ਪ੍ਰਧਾਨ ਮੰਤਰੀ ਬਿਲਕੁਲ ਜੀ ਅੱਜ ਆਪਣੇ ਜਿਹੜਾ ਬਿਆਨ ਸੀਗਾ ਉਹ 'ਚ ਨਿਰਾਸ਼ ਇਸ ਕਰਕੇ ਸੀਗੇ। ਉਹ ਕਹਿੰਦੇ ਵੀ ਜਿਹੜੇ ਬਜ਼ੁਰਗਾਂ ਨੇ ਕੈਨੇਡਾ ਬਣਾਇਆ, ਕੈਨੇਡਾ ਸਿਰਜਿਆ, ਉਹਨਾਂ ਦੇ ਬਾਰੇ ਜਦੋਂ ਖਬਰਾਂ ਆਈਆਂ ਕਿ ਜਿਹੜੇ ਉਹਨਾਂ ਦੇ ਸੰਭਾਲ ਘਰ ਆ ਉਹਨਾਂ ਦੇ ਵਿੱਚ ਉਹਨਾਂ ਦੀ ਕੇਅਰ ਸਹੀ ਨਹੀਂ ਹੋ ਰਹੀ, ਉਹਨਾਂ ਦਾ ਸੰਭਾਲ ਉਹਨੂੰ ਸਹੀ ਨਹੀਂ ਹੋ ਰਿਹਾ ਹੈਗਾ, ਇਹਦੇ ਕਰਕੇ ਕਹਿੰਦੇ ਵੀ ਮੈਨੂੰ ਬੜੀ ਦੁੱਖ ਜਿਹਾ ਲੱਗਾ ਦਿਲੋਂ। ਉਹ ਕਹਿੰਦੇ ਵੀ ਮੈਨੂੰ ਡਿਸਟਰਬ ਕੀਤਾ, ਇਸ ਗੱਲ ਨੇ ਪਰੇਸ਼ਾਨ ਕੀਤਾ ਆ ਕਿ ਜਦੋਂ ਫੌਜ ਨੇ ਆ ਕੇ ਦੱਸਿਆ ਕਿ ਅੰਟੈਰੀਓ ਦੇ ਕੁਝ ਜਿਹੇ ਜਿਹੜੇ ਕਿ ਲੌਂਗ ਟਰਮ ਕੇਅਰ ਹੋਮਸ ਆ, ਉੱਥੇ ਬਜ਼ੁਰਗਾਂ ਦੇ ਨਾਲ ਵਤੀਰਾ ਸਹੀ ਨਹੀਂ ਹੈਗਾ ਜੀ। ਜਿਸ ਕਾਰਨ ਜੀ ਹੋਇਆ ਇਸ ਤਰ੍ਹਾਂ ਕਿ ਜਦੋਂ ਕਰੋਨਾ ਵਾਇਰਸ ਦੇ ਕਾਰਨ ਸਟਾਫ ਦੀ ਕਮੀ ਆਈ ਆ, ਸਪੈਸ਼ਲੀ ਅੰਟੈਰੀਓ ਅਤੇ ਕੁਬੈਕ ਦੋ ਜਿਹੇ ਸੂਬੇ ਆ ਕੈਨੇਡਾ ਦੇ ਜਿੱਥੇ ਆਬਾਦੀ ਬਹੁਤ ਹੈ ਜੀ, ਅਤੇ ਉਸ ਦੇ ਕਰਕੇ ਜਿਹੜੇ ਸਟਾਫ ਘੱਟ ਗਿਆ, ਉਹਨਾਂ ਦਾ ਹੱਥ ਵਟਾਉਣ ਦੇ ਵਾਸਤੇ ਫੌਜ ਸੱਦੀ ਗਈ। ਫੌਜ ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਗਈ ਆ, ਉੱਥੋਂ ਜਾ ਕੇ ਉਹਨਾਂ ਨੇ ਜਿਹੜੀ ਵਾਪਸ ਰਿਪੋਰਟਿੰਗ ਕੀਤੀ ਆ, ਉਹ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਸਹੀ ਨਹੀਂ ਹੋ ਰਹੀ। ਉਹਨਾਂ ਦੇ ਡਾਇਪਰ ਚੇਂਜ ਨਹੀਂ ਕੀਤੇ ਜਾਂਦੇ, ਜਿਹੜੀਆਂ ਸਰਿੰਜਾਂ ਹੈਗੀਆਂ ਉਹੀ ਲਾਈ ਜਾ ਰਹੇ ਬਦਲ ਕੇ, ਜਿੱਥੇ ਖਾਣ ਪੀਣ ਦਾ ਸਮਾਨ ਆ ਉੱਥੇ ਗੰਦਗੀ ਹੈਗੀ ਆ, ਉਹ ਹਾਕਾਂ ਮਾਰੀ ਜਾਂਦੇ, ਉਹਨੂੰ ਸੁਣ ਨਹੀਂ ਰਿਹਾ। ਸਟਾਫ ਜਿਹੜਾ ਆ ਉਹਨੂੰ ਪੂਰੀ ਟ੍ਰੇਨਿੰਗ ਹੈ ਨਹੀਂ ਕਿ ਬਜ਼ੁਰਗ ਸਾਂਭਣੇ ਕਿਵੇਂ ਆ ਜੀ। ਹੁਣ ਇਹ ਉਹ ਲੌਂਗ ਟਰਮ ਕੇਅਰ ਹੋਮਸ ਆ ਜਿੱਥੇ ਕਿ ਅਕਸਰ ਜਦੋਂ ਬਜ਼ੁਰਗ ਬਿਮਾਰੀਆਂ 'ਚ ਘਿਰ ਜਾਂਦੇ ਆ, ਕਿਸੇ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ, ਡਿਮੈਂਸ਼ੀਆ, ਕਿਸੇ ਦਾ ਸਰੀਰ ਹਿੱਲਣ ਲੱਗ ਪੈਂਦਾ, ਆਪਣੇ ਤੌਰ ਦੇ ਉੱਤੇ ਉਹ ਵਾਸ਼ਰੂਮ ਨਹੀਂ ਜਾ ਸਕਦੇ, ਤਾਂ ਅਕਸਰ ਜਿਹੜਾ ਇਹ ਕੈਨੇਡੀਅਨ ਸੱਭਿਆਚਾਰ ਉਹਦੇ ਵਿੱਚ, ਅਮਰੀਕਨ ਸੱਭਿਆਚਾਰ ਆ ਉਹਦੇ ਵਿੱਚ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ, ਜਿੱਥੇ ਉਹਨਾਂ ਦੀ ਪੈਨਸ਼ਨ ਦਾ ਕੁਝ ਹਿੱਸਾ ਜਿਹੜਾ ਉਹ ਜਾਂਦਾ ਜੀ, ਅਤੇ ਨਾਲ ਸਰਕਾਰ ਮਦਦ ਦਿੰਦੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਅਖੀਰਲਾ ਸਮਾਂ ਆ ਉਹ ਚੰਗੀ ਤਰ੍ਹਾਂ ਗੁਜ਼ਰ ਜਾਵੇ। ਘਰ ਦੇ ਜਿਹੜੇ ਜਾ ਕੇ ਕਦੇ ਕਦੇ ਮਿਲੇ ਆਉਂਦੇ ਆ। ਹੁਣ ਜਦੋਂ ਇਹ ਗੱਲ ਬਾਹਰ ਆਈ ਤਾਂ ਪ੍ਰਧਾਨ ਮੰਤਰੀ ਟਰੂਡੋ ਕਹਿੰਦੇ ਵੀ ਇਹ ਪ੍ਰਵਾਨ ਹੀ ਹੈ ਨਹੀਂ ਗੀ ਇਹ ਗੱਲ, ਵੀ ਜਿਨ੍ਹਾਂ ਲੋਕਾਂ ਨੇ ਸਾਡੇ ਦੇ ਉੱਤੇ ਇੰਨੇ ਆਸਾਨ ਕੀਤੇ ਆ, ਸਾਨੂੰ ਇੱਥੇ ਤੱਕ ਪਹੁੰਚਾਇਆ, ਕੈਨੇਡਾ ਬਿਲਡ ਕੀਤਾ, ਵੀ ਉਹਨਾਂ ਦੀ ਇਹ ਹਾਲਤ ਹੋਵੇ। ਅਤੇ ਉਹਨਾਂ ਨੇ ਅੰਟਾਰੀਓ ਸਰਕਾਰ ਨੂੰ ਤੁਰੰਤ ਕਿਹਾ ਵੀ ਇਹਦੇ 'ਤੇ ਐਕਸ਼ਨ ਲਵੋ, ਕਿਉਂਕਿ ਜਿਹੜੇ ਕੇਅਰ ਹੋਮਸ ਆ ਅੱਡ ਇਹ ਪ੍ਰਾਈਵੇਟ ਨੇ ਜੀ ਬਹੁਤੇ ਕਰਕੇ, ਅਤੇ ਇਹ ਰੈਗੂਲੇਟਡ ਜਿਹੜੇ ਆ ਸੂਬੇ ਦੀਆਂ ਸਰਕਾਰਾਂ ਕਰਦੀਆਂ ਦੇਖਦੀਆਂ। ਇਸ ਕਰਕੇ ਜਿਹੜੇ ਅੰਟੈਰੀਓ ਦੇ ਵਿੱਚ ਉਹਦੀ ਤਾਂ ਰਿਪੋਰਟ ਆ ਗਈ ਆ, ਹੁਣ ਕੁਬੈਕ ਵਾਲਿਆਂ ਦੀ ਵੀ ਜਿਹੜੀ ਆ ਉਹ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਆ ਸਕਦੀ ਹੈ ਕਿ ਉੱਥੇ ਹਾਲਾਤ ਕਿਹੋ ਜਿਹੇ ਆ। ਹੁਣ ਜਿਹੜਾ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ, ਸਪੈਸ਼ਲੀ ਗਲੋਬਲ ਨਿਊਜ਼ ਜਿਹਨੇ ਇਹ ਖਬਰ ਕੱਢੀ ਹੈ ਜੀ, ਹੋਰ ਡਿੱਗ ਕਰ ਰਹੇ ਆ, ਅਤੇ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਅੱਜ, ਉਹ ਕਹਿੰਦੇ ਵੀ ਸ਼ਾਇਦ ਇਹ ਬਹੁਤ ਥੋੜ੍ਹੀਆਂ ਆ, ਇਹ ਗੂੜੇ 'ਚ ਪੂਣੀ ਕੱਤਣ ਵਾਲੀ ਗੱਲ ਹੈਗੀ। ਹਾਲੇ ਹੋਰ ਬਹੁਤ ਕੁਝ ਜਿਹੜਾ ਨਿਕਲ ਸਕਦਾ ਇਹਦੇ ਵਿੱਚ ਕਿ ਉੱਥੇ ਬਜ਼ੁਰਗਾਂ ਦੀ ਹਾਲਤ ਹੈ ਕਿਹੋ ਜਿਹੀ। ਇਹ ਬਾਰ-ਬਾਰ ਅਸੀਂ ਜ਼ਿਕਰ ਸੁਣ ਰਹੇ ਹਾਂ ਲੌਂਗ ਟਰਮ ਕੇਅਰ ਹੋਮ ਵੈਨਕੂਵਰ 'ਚ ਫਲਾਣੀ ਜਗ੍ਹਾ ਜਾਂ ਅੰਟੈਰੀਓ ਦੇ ਵਿੱਚ, ਇਹ ਹੁੰਦੇ ਕੀ ਹੈ ਜੀ ਵੈਸੇ? ਇਹ ਬਜ਼ੁਰਗ ਘਰਾਂ 'ਚ ਨਹੀਂ ਹੁੰਦੇ? ਦੇਖੋ ਜੀ, ਜਿਹੜੇ ਤਾਂ ਆਪਣੇ ਪੰਜਾਬੀ ਸੱਭਿਆਚਾਰ ਆ ਉਹਦੇ ਵਿੱਚ ਆਪਣੀ ਮੋਸਟਲੀ ਕੋਸ਼ਿਸ਼ ਹੁੰਦੀ ਹੈ ਕਿ ਬਜ਼ੁਰਗਾਂ ਦੀ ਆਪਾਂ ਘਰੇ ਸੇਵਾ ਕਰੀਏ। ਬੰਦੇ ਜਿਹੜੇ ਹੱਲੇ ਵੀ ਕਹਿ ਲਓ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਦੇ ਆ ਬਹੁਤੇ, ਅਤੇ ਉਹਨਾਂ ਦਾ ਅਖੀਰਲਾ ਵਕਤ ਜਿਹੜਾ ਆ ਉਹ ਘਰੇ ਹੀ ਗੁਜ਼ਾਰਨਾ ਚਾਹੁੰਦੇ ਆ। ਕਈ ਵਾਰੀ ਹੁੰਦਾ ਕਿ ਜੇ ਕੰਮਾਂ ਕਾਰਾਂ 'ਤੇ ਜਾਣਾ ਵੀ ਆ ਅਤੇ ਉਹ ਨਰਸ ਸੱਦ ਲੈਂਦੇ ਆ ਘਰੇ, ਜਾਂ ਘਰੇ ਜਿਹੜੇ ਆ ਕੋਈ ਸਫਾਈ ਸੇਵਕਾ ਜਾਂ ਕੋਈ ਹੋਰ ਕਰਮਚਾਰੀ ਰੱਖ ਲੈਂਦੇ ਆ, ਥੋੜ੍ਹੇ ਬਹੁਤੇ ਪੈਸੇ ਕੋਲੋਂ ਦੇ ਕੇ ਥੋੜ੍ਹੇ ਸਰਕਾਰ ਦੇ ਦਿੰਦੀ ਆ, ਪਰ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਅਖੀਰ ਤੱਕ ਬਜ਼ੁਰਗ ਘਰੇ ਹੀ ਰਹਿਣ। ਪਰ ਜਿਹੜਾ ਕੈਨੇਡੀਅਨ ਅਮਰੀਕਨ ਸੱਭਿਆਚਾਰ ਆ, ਵੈਸਟਰਨ ਸੱਭਿਆਚਾਰ ਆ, ਇਹਦੇ ਵਿੱਚ ਅਜਿਹਾ ਨਹੀਂ ਹੈਗਾ। ਇਹਦੇ ਵਿੱਚ ਤਾਂ ਜਿੱਦਾਂ ਕਹਿ ਲਓ ਵੀ ਵਿਆਹ ਵੇਲੇ ਵੀ ਇੱਦਾਂ ਹੀ ਆ, ਜਿਹੜੇ ਪਹਿਲਾਂ ਵੱਡੇ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਵੀ ਨਹੁੰ ਲਿਆਉਣੀ ਨਹੀਂ ਤਾਂ ਧੀ ਤੋਰਨੀ ਨਹੀਂ। ਇੰਡੀਪੈਂਡੈਂਸ ਜਿਹੜੀ ਬਹੁਤ ਆ, ਅਤੇ ਅਖੀਰਲੇ ਸਮੇਂ ਦੇ ਵਿੱਚ ਵੀ ਇੰਡੀਪੈਂਡੈਂਸ ਰੱਖੀ ਜਾਂਦੀ ਆ। ਅਤੇ ਜਿਹੜੇ ਆ ਉਹ ਬਜ਼ੁਰਗ ਆ ਉਹ ਆਪਣੇ ਆਪ ਹੀ ਉਹਨਾਂ ਨੇ ਪਹਿਲਾਂ ਅਰੇਂਜ ਕੀਤਾ ਹੁੰਦਾ ਕਿ ਮੈਂ ਫਲਾਣੇ
ਜਦੋਂ ਮੈਂ ਬਜ਼ੁਰਗ ਹੋ ਗਿਆ, ਮੈਨੂੰ ਬਿਮਾਰੀ ਹੋ ਗਈ, ਤਾਂ ਮੈਂ ਫਲਾਣੀ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਮੈਨੂੰ ਦਾਖਲ ਕਰਾਇਆ ਆ। ਤਾਂ ਬੱਚੇ ਉੱਥੇ ਆ ਕੇ ਮਿਲ ਆਉਂਦੇ ਆ। ਪੰਜਾਬੀਆਂ ਦੇ ਵਿੱਚ ਹੁਣ ਜਾ ਕੇ ਜਿਹੜੀ ਉਹਨਾਂ ਦੀ ਦੂਜੀ ਪੀੜ੍ਹੀ ਆ ਉਹ ਅਜਿਹਾ ਕਰਨ ਲੱਗੀ ਆ, ਪਰ ਹਲੇ ਜਿਹੜੀ ਪਹਿਲੀ ਪੀੜ੍ਹੀ ਆ ਉਹਨਾਂ ਦਾ ਇਹੀ ਹੁੰਦਾ ਕਿ ਬਜ਼ੁਰਗਾਂ ਦੀ ਆਪ ਸੇਵਾ ਕਰੀਏ। ਤੁਹਾਨੂੰ ਲੱਗਦਾ ਨਹੀਂ ਜਿਹੜਾ ਪੂਰਬੀ ਸੱਭਿਆਚਾਰ ਸੀ ਉਹ ਫਿਰ ਇਹ ਪੱਛਮੀ ਸੱਭਿਆਚਾਰ ਨਾਲੋਂ ਕੁਝ ਗੱਲਾਂ 'ਚ ਚੰਗਾ? ਪਹਿਲੀ ਗੱਲ ਤਾਂ ਇਹ ਹੈ ਜੀ ਵੀ ਇੱਕ ਸਾਡੇ ਵਿੱਚ ਹੀਣ ਭਾਵਨਾ ਆ ਕਿ ਅਸੀਂ ਪੂਰਬੀ ਸੱਭਿਆਚਾਰ ਨੂੰ ਹਮੇਸ਼ਾ ਮਾੜਾ ਗਿਣਦੇ ਹਾਂ ਅਤੇ ਪੱਛਮੀ ਸੱਭਿਆਚਾਰ ਵੱਲ ਦੇਖਦੇ ਰਹੇ ਵੀ ਅਸੀਂ ਉਹਦੀ ਨਕਲ ਕਰਨੀ ਆ, ਜਦੋਂ ਕਿ ਪੱਛਮੀ ਸੱਭਿਆਚਾਰ ਜ਼ਰੂਰੀ ਨਹੀਂ ਹੈਗਾ ਵੀ ਵਧੀਆ ਹੀ ਹੋਵੇ। ਇਹਦੇ ਵਿੱਚ ਵੀ ਬਹੁਤ ਸਾਰੀਆਂ ਘਾਟਾਂ ਆ ਜਿਹੜੀਆਂ ਕਿ ਪੂਰਬੀ ਸੱਭਿਆਚਾਰ ਤੋਂ ਹੁਣ ਸਿੱਖ ਰਹੇ ਆ। ਬੇਸ਼ੱਕ ਖਾਣ ਪੀਣ ਤੋਂ ਹੀ ਤੁਸੀਂ ਲੈ ਲਓ, ਕਿੰਨੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਚੇਂਜ ਕੀਤੀਆਂ। ਮੈਨੂੰ ਯਾਦ ਆ ਕੁਝ ਸਾਲ ਪਹਿਲਾਂ ਇੱਕ ਦੋਸਤ ਹੋਇਆ ਕਰਦਾ ਸੀਗਾ ਗੋਰਾ, ਏਜ ਮੇਰੇ ਤੋਂ ਉਹਦੀ ਜ਼ਿਆਦਾ ਸੀਗੀ। ਉਹ ਕਹਿੰਦਾ ਵੀ ਮੈਂ ਤੁਹਾਡੇ ਤੋਂ ਬੜਾ ਮੁਤਾਸਰ ਹਾਂ ਇਸ ਗੱਲ ਤੋਂ ਕਿ ਤੁਸੀਂ ਨਵੇਂ ਬੰਦੇ ਆ ਕੇ ਕਿਵੇਂ ਇਕੱਠੇ ਰਹਿ ਕੇ ਝੱਟ ਸੈੱਟ ਹੋ ਜਾਂਦੇ ਆ। ਜੇ ਕਹਿੰਦੇ ਸਾਨੂੰ ਕਹਿੰਦੇ ਕਿਤੇ ਇੱਦਾਂ ਇਕੱਠਾ ਰਹਿਣਾ ਆ ਜਾਵੇ ਵੀ ਸਾਡੇ ਨਿਆਣੇ ਵੀ ਨਾਲ ਰਹਿਣ ਤਾਂ ਅਸੀਂ ਬਹੁਤ ਸਾਰੇ ਪੈਸੇ ਬਚਾ ਸਕਦੇ ਹਾਂ, ਜ਼ਿੰਦਗੀ ਸੌਖੀ ਕੱਢ ਸਕਦੇ ਹਾਂ। ਸੋ ਕੋਈ ਵੀ ਸੱਭਿਆਚਾਰ ਪੂਰੀ ਤਰ੍ਹਾਂ ਮਾੜਾ ਨਹੀਂ ਹੁੰਦਾ, ਕੋਈ ਵੀ ਸੱਭਿਆਚਾਰ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ, ਇੱਕ ਦੂਜੇ ਤੋਂ ਸਿੱਖਣ ਦੀਆਂ ਗੱਲਾਂ ਹੁੰਦੀਆਂ। ਸੋ ਇਹ ਗੱਲ ਕਿਤੇ ਨਾ ਕਿਤੇ ਸਾਡੇ ਮਨਾਂ ਵਿੱਚ ਹੈ ਕੀ ਆ ਕਿ ਅਸੀਂ ਮਾੜੇ ਹਾਂ। ਪੱਛਮੀ ਸੱਭਿਆਚਾਰ ਜਿਹੜਾ ਚੰਗਾ ਆ, ਅਸੀਂ ਉਹਨਾਂ ਦੇ ਕੱਪੜਿਆਂ ਦੀ ਨਕਲ ਕਰਦੇ ਹਾਂ, ਉਹਨਾਂ ਦੇ ਨੰਗੇਜ਼ ਦੀ ਨਕਲ ਕਰਦੇ ਹਾਂ, ਉਹਨਾਂ ਦੇ ਬੋਲਣ ਦੀ ਨਕਲ ਕਰਦੇ ਹਾਂ, ਖਾਣ ਪੀਣ ਦੀ ਨਕਲ ਕਰਦੇ ਹਾਂ, ਜਦੋਂ ਕਿ ਹੁੰਦਾ ਉਲਟਾ। ਕਈ ਵਾਰ ਜਿਹੜੇ ਇੱਧਰਲੇ ਪੱਛਮੀ ਸੱਭਿਆਚਾਰ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਸਾਡਾ ਚਮੜੀ ਦਾ ਰੰਗ ਬੜਾ ਪਸੰਦ ਆ ਕਿ ਤੁਹਾਡੀ ਚਮੜੀ ਕਲੀਨ ਕਿੰਨੀ ਆ, ਤੁਹਾਨੂੰ ਟੈਨ ਨਹੀਂ ਕਰਨਾ ਪੈਂਦਾ, ਤੁਹਾਡੇ ਦਾਗ ਹੈ ਨਹੀਂਗੇ, ਤਾਂ ਅਸੀਂ ਸੋਚੀ ਜਾਈਦਾ ਵੀ ਗੋਰੇ ਹੋ ਜਾਈਏ ਕਿਸ ਤਰੀਕੇ ਦੇ ਨਾਲ। ਸੋ ਹਮੇਸ਼ਾ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਉਹ ਤੁਸੀਂ ਪ੍ਰਾਪਤ ਕਰਨੀ ਚਾਹੁੰਦੇ ਆ। ਇਹ ਲੌਂਗ ਟਰਮ ਜਿਹੜੇ ਕੇਅਰ ਹੋਮ ਆ ontario ਦੇ ਵਿੱਚ ਜਿੱਥੇ ਖਾਸ ਤੌਰ 'ਤੇ ਖਬਰ ਆ ਰਹੀਆਂ, ਵੈਸੇ ਓਵਰਆਲ ਉੱਥੇ ਕੋਵਿਡ-19 ਦੀ ਕੀ ਹਾਲਤ ਆ ਇਸ ਵੇਲੇ? ਹਾਲਤ ਬੜੀ ਵਧੀਆ ਨਹੀਂ ਹੈਗੀ ਜੀ। ਅਤੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਡਗ ਫੂਡ, ਉਹ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਮੈਨੂੰ। ਅਤੇ ਅੱਜ ਉਹਨਾਂ ਨੇ ਫਿਰ ਇੱਕ ਬਿਆਨ ਦਿੱਤਾ, ਉਹ ਕਹਿੰਦੇ ਵੀ ਹਰੇਕ ਅੰਟਾਰੀਓ ਵਾਸੀ ਜਿਹੜਾ ਆ ਉਹ ਕੋਵਿਡ-19 ਦਾ ਟੈਸਟ ਜ਼ਰੂਰ ਕਰਾਵੇ। ਅੱਛਾ ਜੀ। ਅਤੇ ਕਹਿੰਦੇ ਵੀ ਸ਼ੰਕਾ ਨਹੀਂ ਰਹਿਣੀ ਚਾਹੀਦੀ। ਅਤੇ ਜਿਹੜਾ ਕੇਸਾਂ ਦੀ ਗਿਣਤੀ ਆ 400 ਥੱਲੇ ਨਹੀਂ ਸੀ ਜੀ ਆ ਰਹੀ। ਅੱਜ ਪਹਿਲਾ ਦਿਨ ਆ ਕਿ ਉੱਥੇ ਅੰਟਾਰੀਓ ਦੇ ਵਿੱਚ 287 ਨਵੇਂ ਕੇਸ ਆਏ ਆ ਤੇ 21 ਮੌਤਾਂ ਹੋਈਆਂ। ਵਰਨਾ ਜਿਹੜੀ ਆ ਕੇਸਾਂ ਦੀ ਗਿਣਤੀ ਨਵਿਆਂ ਦੀ 400 ਤੋਂ ਉੱਪਰ, ਮੌਤਾਂ ਦੀ ਗਿਣਤੀ 50 ਤੋਂ 70 ਜਿਹੜੀ ਇੱਦਾਂ ਰਹੀ ਆ। ਜੀ। ਤੇ ਹਾਲਾਂਕਿ ਬਾਕੀ ਜਿਹੜੇ ਸੂਬੇ ਅਲਬਰਟਾ ਆ, BC ਇਹਦੇ ਵਿੱਚ ਬਹੁਤ ਗ੍ਰਾਫ ਥੱਲੇ ਆ। ਕੁਦਰਤੀ ਇਹ ਗੱਲ ਹੈ ਕਿ ਅੰਟਾਰੀਓ ਜਿਹੜਾ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਆ, ਪਰ ਫਿਰ ਵੀ ਜੇ ਆਪਾਂ ਕੰਪੈਰੀਜ਼ਨ ਕਰੀਏ ਆਬਾਦੀ ਦੇ ਮੁਕਾਬਲੇ, ਫੀਸਦੀ ਦੇ ਮੁਕਾਬਲੇ ਵੀ ਗੱਲ ਕਰੀਏ, ਤਾਂ ਵੀ ਅੰਟਾਰੀਓ ਦੇ ਵਿੱਚ ਕੇਸ ਜਿਹੜੇ ਬਹੁਤ ਜ਼ਿਆਦਾ ਆ, ਚਿੰਤਾਜਨਕ ਆ। ਪੰਜਾਬੀਆਂ ਦੀ ਸੰਘਣੀ ਆਬਾਦੀ ਜਿਹੜੀ ਆ, ਬਰੈਂਪਟਨ ਸ਼ਹਿਰ ਆ ਉਹਨੂੰ ਤਾਂ ਹੱਬ ਕਹਿ ਦਿੱਤਾ, ਕਹਿੰਦੇ ਕਰੋਨਾ ਦੀ ਹੱਬ ਆ ਇਹ ਜੀ। ਸੋ ਇਸ ਕਰਕੇ ਮੁੱਖ ਮੰਤਰੀ ਵੀ ਚਿੰਤਤ ਆ, ਤਾਂ ਹੀ ਉਹਨਾਂ ਨੇ ਕਿਹਾ ਇਹ ਗੱਲ ਵੀ ਸਾਰੇ ਜਾਣੇ ਆਪਣੇ ਜਿਹੜੇ ਆ ਚੈੱਕ ਕਰਾਓ। ਹੁਣ ਤੱਕ ਕੈਨੇਡਾ ਦੇ ਵਿੱਚ ਤਕਰੀਬਨ 4000 ਮੌਤਾਂ ਹੋਈਆਂ ਜਿਸ ਕਾਰਨ ਜੀ ਕਰੋਨਾ ਦੇ ਕਰਕੇ। ਉਹਦੇ ਵਿੱਚੋਂ 2100 ਤੋਂ ਵੱਧ ਮੌਤਾਂ ਜਿਹੜੀਆਂ ਇਕੱਲੇ ਅੰਟਾਰੀਓ ਦੇ ਵਿੱਚ ਹੋਈਆਂ। ਤੋਂ ਇਹ ਤੋਂ ਤੁਸੀਂ ਸੀਵੀਅਰਟੀ ਦਾ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੇ ਹਾਲਾਤ ਗੰਭੀਰ ਨੇ ਜੀ ਉੱਥੇ। ਬਿਲਕੁਲ। ਔਰ ਉਹ ਹਰ ਇੱਕ ਦੇਸ਼ ਦੇ ਵਿੱਚ ਇੱਕ ਐਪੀਸੈਂਟਰ ਬਣ ਰਿਹਾ, ਜਿੱਦਾਂ ਇੱਥੇ ਕੁਬੈਕ ਪਹਿਲਾਂ ਕਹਿੰਦੇ ਸੀ, ਫਿਰ ਅੰਟਾਰੀਓ ਦੇ ਵਿੱਚ ਹੋਏ, ਅਮਰੀਕਾ ਦੇ ਵਿੱਚ ਨਿਊਯਾਰਕ ਸੀਗਾ, ਇਹ ਸਾਰੇ ਕੁਛ ਦਾ। ਅਮਰੀਕਾ ਤੇ ਚੀਨ ਦਾ ਆਪਸ ਵਿੱਚ ਰੌਲਾ ਹੁਣ ਕਿੱਥੇ ਕੁ ਪਹੁੰਚਿਆ? ਗੱਲ ਕਿਤੇ ਰੁਕਦੀ ਲੱਗਦੀ ਹੈ ਜਾਂ ਇਹ ਜਿਹੜੀ ਇੱਕ ਟ੍ਰੇਡ ਵਾਰ ਜਾਂ ਕੋਈ ਵੀ ਲੜਾਈ ਕਹਿ ਲਓ ਇਹ ਚੱਲ ਰਹੀ ਆ? ਮੈਨੂੰ ਘੱਟੋ ਘੱਟ ਇੱਦਾਂ ਫੀਲ ਹੁੰਦਾ ਜੀ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ ਅਮਰੀਕਾ ਦੀਆਂ ਇਹ ਗੱਲ ਰੁਕਣੀ ਨਹੀਂ ਹੈਗੀ। ਨਵੰਬਰ 3 ਤੱਕ ਇੱਦਾਂ ਆਪਾਂ ਰੋਜ਼ ਗੱਲਾਂ ਕਰਿਆ ਕਰਾਂਗੇ ਅਮਰੀਕਾ ਤੇ ਚੀਨ ਦੀਆਂ। ਕਿਤੇ ਹੋਇਆ ਵੀ ਆਪਾਂ ਛੱਡ ਲਈ ਗੱਲ ਵਿੱਚ, ਨਹੀਂ ਤਾਂ ਰੋਜ਼ ਕਦੀ ਟਰੰਪ ਨੇ ਬਿਆਨ ਦੇ ਦਿਆ ਕਰਨਾ, ਕਦੀ ਚੀਨ ਵਾਲਿਆਂ ਨੇ ਦੇ ਦਿਆ ਕਰਨਾ ਵਿੱਚ ਭਾਰਤ ਦਾ, ਕਦੀ ਕੋਈ ਵਪਾਰ ਦਾ ਰੌਲਾ। ਅਮਰੀਕਾ ਚੀਨ ਜਿਹੜੀ ਗੱਲ ਆ ਹੁੰਦੀ ਰਹਿਣੀ ਆ ਜੀ। ਹੁਣ ਤਾਕਤਾਂ ਵੀ ਦੋ ਵੱਡੀਆਂ ਨੇ ਦੁਨੀਆ ਦੀਆਂ, ਵੱਡੀਆਂ ਤਾਕਤਾਂ ਆ ਜੀ। ਅਤੇ ਇਹਨਾਂ ਦੇ ਨਾਲ ਬਾਕੀ ਜਿਹੜੇ ਕਹਿ ਲਓ ਵੀ ਜੁੜੇ ਹੋਏ ਆ, ਜਦੋਂ ਦੋ ਵੱਡੇ ਤਕੜੇ ਹੁੰਦੇ ਥੱਲੇ ਉਹਨਾਂ ਦੇ ਘਰ ਸਪੋਰਟਰ ਹੁੰਦੇ ਆ, ਉਹ ਗੱਲ ਹੋਈ ਆ। ਹੁਣ ਚੀਨ ਦੀਆਂ 33 ਕੰਪਨੀਆਂ ਜਿਹੜੀਆਂ ਜੀ ਹੋਰ, ਕੁਝ ਤਾਂ ਪਹਿਲੇ ਅਮਰੀਕਾ ਨੇ ਬਲੈਕ ਲਿਸਟ ਕੀਤੀਆਂ ਜੀ, 33 ਕੰਪਨੀਆਂ ਹੋਰ ਬਲੈਕ ਲਿਸਟ ਕਰ ਦਿੱਤੀਆਂ ਜੀ। ਇਹਦਾ ਕੀ ਮਤਲਬ ਜੀ? ਇਹਦਾ ਮਤਲਬ ਇਹ ਹੈ ਕਿ ਉੱਥੇ ਬਿਜ਼ਨਸ ਨਹੀਂ ਕਰ ਸਕਣਗੀਆਂ। ਉਹਨਾਂ ਦੇ ਵਿੱਚ 24 ਕੰਪਨੀਆਂ ਅਜਿਹੀਆਂ ਆ, 24 ਅਦਾਰੇ ਇਹੋ ਜਿਹੇ ਆ ਜਿਨ੍ਹਾਂ ਦੇ ਉੱਤੇ ਅਮਰੀਕਨ ਕਾਮਰਸ ਨੇ ਦੋਸ਼ ਇਹ ਲਾਇਆ ਕਿ ਇਹ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਨਾਲ ਜੁੜੇ ਹੋਏ ਆ ਜਾਂ ਫੌਜ ਨਾਲ ਜੁੜੇ ਹੋਏ ਆ। ਇਹਨਾਂ ਦੀਆਂ ਜਿਹੜੀਆਂ ਤਾਰਾਂ ਆ ਪਿੱਛੇ ਉਹਨਾਂ ਨਾਲ ਜੁੜੀਆਂ ਹੋਈਆਂ। ਇਹ ਵਪਾਰ ਦੀ ਆੜ ਦੇ ਵਿੱਚ ਗਲਤ ਕੰਮ ਕਰਦੇ ਇੱਥੇ। ਸਾਡੀ ਜਿਹੜੀ ਜਾਣਕਾਰੀ ਆ ਉਹ ਲੈਂਦੇ ਆ, ਸਾਡੀ ਇੰਟੈਲੀਜੈਂਸ ਚੋਰੀ ਕਰਦੇ ਆ, ਇਸ ਕਰਕੇ ਇਹਨਾਂ ਨੂੰ ਬਲੈਕ ਲਿਸਟ ਕੀਤਾ ਗਿਆ। 9 ਕੰਪਨੀਆਂ ਦਾ ਸੰਬੰਧ ਇਹ ਜੋੜਿਆ ਗਿਆ ਵੀ ਜਿਹੜਾ ਇੱਕ ਚੀਨ ਦਾ ਸੂਬਾ ਹੈਗਾ ਸਿਆਂਗਯਾਂਗ, ਉਹਦੇ ਵਿੱਚ ਮੁਸਲਮਾਨਾਂ ਦਾ ਘਾਣ ਹੋ ਰਿਹਾ ਬਹੁਤ ਵੱਡੀ ਪੱਧਰ 'ਤੇ। ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਜਿਹੜੇ ਆ ਜੇਲ੍ਹਾਂ 'ਚ ਨਜ਼ਰਬੰਦ ਆ, ਉਹਨਾਂ ਦੇ ਜ਼ੁਲਮ ਹੋ ਰਿਹਾ, ਕੁੱਟੇ ਮਾਰੇ ਜਾ ਰਹੇ ਆ ਅਤੇ ਉਹਨਾਂ ਦੀ ਗੱਲ ਬਾਹਰ ਵੀ ਨਹੀਂ ਨਿਕਲਣ ਦਿੱਤੀ ਜਾ ਰਹੀ। ਉਹ ਕਹਿੰਦੇ ਇਹ 9 ਕੰਪਨੀਆਂ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਹੈਗੀਆਂ। ਸੋ ਕੁੱਲ 33 ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਆ
ਤੇ ਜਦੋਂ ਪਹਿਲਾਂ ਅਮਰੀਕਨ ਕੰਪਨੀਆਂ ਬਲੈਕਲਿਸਟ ਕੀਤੀਆਂ ਗਈਆਂ ਸੀਗੀਆਂ ਕੁਝ ਦਰਜਨ, ਤਾਂ ਫਿਰ ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਦੀਆਂ ਕੁਝ ਕੰਪਨੀਆਂ ਵੀ ਬਲੈਕਲਿਸਟ ਕਰਤੀਆਂ ਸੀਗੀਆਂ। ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਆ, ਜਿਹੜੀਆਂ ਕਿ ਅਮਰੀਕਾ ਦੇ ਵਿੱਚ ਵੀ ਖਾਂਦੀਆਂ, ਚੀਨ ਦੇ ਵਿੱਚ ਵੀ ਖਾਂਦੀਆਂ, ਅੱਧੇ ਪੈਰ ਉਹਨਾਂ ਦੇ ਇੱਧਰ ਆ, ਅੱਧੇ ਉੱਧਰ ਆ, ਦੁਨੀਆ ਦੇ ਵਿੱਚ ਪੂਰੀ 'ਚ ਬਿਜ਼ਨਸ ਕਰਦੀਆਂ, ਸਮਾਨ ਵੇਚਦੀਆਂ, ਉਹ ਕਹਿੰਦੀਆਂ ਵੀ ਸਾਡਾ ਨੁਕਸਾਨ ਹੋਣਾ ਇਸ ਕੰਮ ਦੇ ਵਿੱਚ। ਇਹ ਜਿਹੜੀ ਰਾਜਸੀ ਲੜਾਈ ਆ, ਇਹਨੂੰ ਵਪਾਰਕ ਲੜਾਈ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ, ਜਿਹਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਹਰੇਕ ਦਾ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਆ, ਤੇ ਇਹਦਾ ਫਾਇਦਾ ਨਹੀਂ ਹੋਣਾ ਕਿਸੇ ਦਾ। ਦੂਜੇ ਪਾਸੇ ਜਿਹੜੀ ਆਪਾਂ ਗੱਲ ਕਰੀਏ ਅਮਰੀਕਾ ਦੀ, ਅੱਜ ਕਰਨੀ ਜ਼ਰੂਰੀ ਬਣਦੀ ਆ ਕਿ ਕਰੋਨਾ ਦੇ ਕਾਰਨ ਉੱਥੇ ਜਿਹੜੀ ਮੌਤਾਂ ਦੀ ਗਿਣਤੀ ਆ ਉਹ 1 ਲੱਖ ਤੋਂ ਵੀ ਉੱਪਰ ਵੱਧ ਗਈ ਹੈ ਜੀ। ਜਿਸ ਕਾਰਨ ਜੀ ਇਮੈਜਨ ਕਰਕੇ ਦੇਖੋ ਵੀ ਜੇ ਕਿਤੇ 4-5 ਅਮਰੀਕਨ, 10 ਅਮਰੀਕਨ ਕਿਤੇ ਕਤਲ ਕਰ ਦਿੱਤੇ ਜਾਣ, ਕੋਈ ਬੰਬ ਧਮਾਕਾ ਹੋ ਜਾਵੇ, ਕੋਈ ਗੱਲ ਹੋ ਜਾਵੇ, ਤਾਂ ਹੇਠਲੀ ਉੱਪਰ ਆ ਜਾਂਦੀ ਹੈ। ਬਿਲਕੁਲ ਹਮਲੇ ਹੋ ਜਾਂਦੇ, ਅਟੈਕ ਹੋ ਜਾਂਦੇ, ਮਿਜ਼ਾਈਲਾਂ ਚੱਲ ਜਾਂਦੀਆਂ। ਪਰ ਲੱਖ ਬੰਦਾ ਜਿਹੜਾ ਜੀ ਉਹ ਇਸ ਕਹਿ ਲਓ ਵੀ ਵਾਇਰਸ ਨੇ ਮਾਰ ਦਿੱਤਾ ਨੱਕ ਦੇ ਹੇਠ ਅਮਰੀਕਨ ਪ੍ਰਸ਼ਾਸਨ ਦੇ ਉੱਤੇ ਅੱਲੇ, ਤੇ ਅਮਰੀਕਨ ਸਰਕਾਰ ਕੁਛ ਚਾਹੁੰਦਿਆਂ ਹੋਇਆ ਵੀ ਇੰਨਾ ਜ਼ੋਰ ਲਾ ਕੇ ਵੀ ਕੁਝ ਕਰ ਨਹੀਂ ਸਕੀ, ਬਚਾ ਨਹੀਂ ਸਕੀ। ਬਿਲਕੁਲ ਜੀ। ਚੀਨ ਤੇ ਅਮਰੀਕਾ ਜੇ ਅਸੀਂ ਗੱਲਬਾਤ ਕਰਦੇ ਹਾਂ, ਦੁਨੀਆ ਦੀਆਂ ਵੱਖ-ਵੱਖ ਸਮੇਂ ਦੇ ਵੱਖ-ਵੱਖ ਤਾਕਤਾਂ ਰਹੀਆਂ। ਕਿਸੇ ਵੇਲੇ ਰੂਸ ਇੱਕ ਤਾਕਤ ਸੀ, ਉਹਨਾਂ ਸਾਰਿਆਂ ਦੀ ਅੱਖ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਉਹਨਾਂ ਦੇ ਉੱਤੇ ਵੀ ਰਹਿੰਦੀ। ਭਾਰਤ ਦੀ ਕਿਸੇ ਵੇਲੇ ਰੂਸ ਨਾਲ ਬਹੁਤ ਜ਼ਿਆਦਾ ਸਾਂਝ ਸੀ, ਫਿਰ ਉਹ ਸਾਂਝ ਜਿਹੜੀ ਆ ਅਮਰੀਕਾ ਦੇ ਨਾਲ ਕਿਤੇ ਆ ਕੇ ਜੁੜ ਗਈ। ਹੁਣ ਚੀਨ ਵਿੱਚ ਕਿਤੇ ਨਾ ਕਿਤੇ ਆ ਰਿਹਾ ਇਹ ਸਾਰੀਆਂ ਸਮੀਕਰਨਾਂ ਦੇ। ਹੁਣ ਭਾਰਤ ਦੇ ਚੀਨ ਨਾਲ ਸੰਬੰਧ ਕਿੱਦਾਂ ਜੀ? ਇੱਕ ਅਮਰੀਕਨ ਜਰਨਲ ਨੇ ਗੱਲ ਕਹੀ ਸੀਗੀ ਜੀ, ਇੱਕ ਡਾਕੂਮੈਂਟਰੀ ਮੈਂ ਦੇਖ ਰਿਹਾ ਸੀ YouTube ਦੇ ਉੱਤੇ। ਉਹ ਕਹਿੰਦੇ ਵੀ ਜੇ ਚੀਨ ਨੂੰ ਆਪਾਂ ਹੁਣ ਕਾਬੂ ਨਾ ਕੀਤਾ ਤੇ 5 ਸਾਲਾਂ ਦੇ ਵਿੱਚ ਇਹਨੇ ਇੰਨਾ ਕੁ ਵੱਧ ਜਾਣਾ, ਫਿਰ ਆਪਣੇ ਕੋਲ ਕਾਬੂ ਹੋਣਾ ਹੀ ਨਹੀਂ ਕਦੀ। ਸੋ ਇਸ ਕਰਕੇ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਅਮਰੀਕਾ ਵੱਲੋਂ, ਇਸੇ ਕਰਕੇ ਆ ਕਿ ਚੀਨ ਕਿਤੇ ਬਹੁਤਾ ਵੱਡਾ ਨਾ ਹੋ ਜਾਵੇ। ਇਹਨੂੰ ਹੁਣੇ ਇੰਨਾ ਕੁਲਝਾ ਲਈਏ ਜੰਗਾਂ ਯੁੱਧਾਂ ਦੇ ਵਿੱਚ, ਹੋਰ ਪਾਸੇ ਵਪਾਰਾਂ ਦੇ ਵਿੱਚ, ਕਿ ਇਹ ਜਿਹੜਾ ਪੂਰੀ ਦੁਨੀਆ 'ਚ ਫੈਲ ਰਿਹਾ, ਇਹਦਾ ਫੈਲਾਅ ਜਿਹੜਾ ਆ ਉਹ ਰੋਕਿਆ ਜਾ ਸਕੇ। ਹੁਣ ਅਮਰੀਕਾ ਦੀ ਪੂਰੀ ਹੈਗੀ ਆ ਸ਼ਹਿ ਭਾਰਤ ਨੂੰ, ਤੇ ਉਹ ਕਹਿ ਰਹੇ ਆ ਤੁਸੀਂ ਲੜੋ। ਉੱਧਰੋਂ ਚੀਨ ਜਿਹੜਾ ਆ ਉਹਨੇ ਸੀ-ਪੈਕ ਹਾਈਵੇ ਜਿਹੜਾ ਜੀ ਬਣਾਇਆ, ਉਹ ਜੰਮੂ ਕਸ਼ਮੀਰ ਤੋਂ ਉੱਪਰ ਗਿਲਗਿਤ ਤੋਂ ਥੱਲੇ ਗਵਾਦਰ ਏਅਰਪੋਰਟ ਜਿਹੜੀ ਆ ਕਰਾਚੀ ਦੇ ਪਰਲੇ ਪਾਸੇ ਥੱਲੇ ਜਾ ਕੇ ਸਮੁੰਦਰ ਦੇ ਨਾਲ ਜੁੜਦੀ ਆ, ਉੱਥੋਂ ਸਿੱਟਿਆ ਜੀ ਉੱਪਰ ਉਹਨਾਂ ਨੇ ਹਾਈਵੇ ਬਹੁਤ ਵੱਡਾ। ਤੇ ਉਹਦੇ ਨਾਲ ਕੀ ਹੋਇਆ ਕਿ ਉਹਦੀ ਮੱਧ ਏਸ਼ੀਆ, ਯੂਰੇਸ਼ੀਆ ਤੇ ਜਿਹੜੇ ਹੋਰ ਮੁਲਕ ਨੇ ਅਫਰੀਕਾ ਤੱਕ ਜਿਹੜੀ ਪਹੁੰਚ ਆ ਸਿੱਧੀ ਹੋ ਗਈ ਆ ਜੀ। ਤੇ ਉਹ ਹਾਈਵੇ ਸ਼ੁਰੂ ਕਰਨਾ ਤੇ ਅਮਰੀਕਾ ਦੇ ਰਾਹੀਂ ਭਾਰਤ ਦੀ ਕੋਸ਼ਿਸ਼ ਆ ਵੀ ਉਹ ਜਿਹੜਾ ਹਾਈਵੇ ਕਿਸ ਤਰ੍ਹਾਂ ਕਿ ਚੱਲੇ ਨਾ, ਉਹਦੇ ਵਿੱਚ ਕੋਈ ਖਰਾਬੀਆਂ ਆਉਣ, ਉੱਥੇ ਪ੍ਰੋਬਲਮਸ ਆਉਣ ਚੀਨ ਨੂੰ। ਸੋ ਹੁਣ ਮਾਹਰ ਜਿਹੜੇ ਆ ਉਹ ਇਹ ਕਹਿਣ ਲੱਗ ਪਏ, ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਚੀਨ ਨੂੰ ਪਤਾ ਵੀ ਭਾਰਤ ਨੇ, ਅਮਰੀਕਾ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸੀ-ਪੈਕ ਹਾਈਵੇ ਆ ਇਹਨੂੰ ਚਲਾਉਣ ਵਿੱਚ ਪ੍ਰੋਬਲਮਸ ਦਈਏ, ਕਿਉਂ ਨਾ ਵੀ ਉਹਨਾਂ ਦਾ ਧਿਆਨ ਹੀ ਆਪਾਂ ਹੋਰ ਪਾਸੇ ਪਾ ਦਈਏ। ਸੋ ਲਦਾਖ ਵਾਲੇ ਪਾਸੇ ਚੀਨ ਨੇ ਦੂਏ ਪਾਸੇ ਭਾਰਤ ਦੇ ਜਾ ਕੇ ਇੱਕ ਫਰੰਟ ਖੋਲ੍ਹ ਲਿਆ। ਉੱਥੇ ਲਗਾਤਾਰ ਜਿਹੜੇ ਆ ਉਹਦੇ ਫੌਜੀ, ਚੀਨ ਦੇ ਭਾਰਤੀ ਫੌਜੀਆਂ ਨੂੰ ਹਰਾਸ ਕਰ ਰਹੇ ਆ, ਉਹਦੀਆਂ ਖਬਰਾਂ ਆ ਰਹੀਆਂ। ਇਸ ਨੂੰ ਲੈ ਕੇ ਅੱਜ ਰਾਜਨਾਥ ਸਿੰਘ ਜਿਹੜੇ ਆ ਉਹ ਕੌਮੀ ਸੁਰੱਖਿਆ ਸਲਾਹਕਾਰ ਨੂੰ ਵੀ ਮਿਲੇ ਆ, ਫੌਜ ਦੇ 3 ਜਰਨੈਲਾਂ ਨੂੰ ਵੀ ਮਿਲੇ ਆ, ਮੋਦੀ ਉਹਨਾਂ ਨਾਲ ਵੀ ਮੀਟਿੰਗਸ ਹੋਈਆਂ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਵੀ ਇਹ ਕਿਵੇਂ ਆਪਾਂ ਗੱਲ ਕਰਨੀ ਆ। ਚੀਨ ਦੇ ਫੌਜੀ ਜਿਹੜੇ ਆ ਉਹ ਇੱਧਰ ਆ ਕੇ 3-4 ਕਿਲੋਮੀਟਰ ਅੰਦਰ ਤੱਕ ਆ ਕੇ ਬੰਕਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਟੈਂਟ ਕੱਢ ਲਏ ਆ ਉਹਨਾਂ ਨੇ। ਸੋ ਮਤਲਬ ਕਿਤੇ ਨਾ ਕਿਤੇ ਇਹ ਨਿਕਲਦਾ ਕਿ ਚੀਨ ਚਾਹੁੰਦਾ ਕਿ ਇਸ ਤੋਂ ਪਹਿਲਾਂ ਕਿ ਅਮਰੀਕਾ ਤੇ ਭਾਰਤ ਦਾ ਖਿਆਲ ਜਿਹੜਾ ਆ ਉਹ ਸੀ-ਪੈਕ ਦੇ ਉੱਤੇ ਪਵੇ, ਭਾਰਤ ਇੱਧਰ ਕੋਈ ਕੋਸ਼ਿਸ਼ਾਂ ਕਰੇ, ਇਹਨਾਂ ਨੂੰ ਉੱਧਰ ਬਿਜ਼ੀ ਕਰ ਦਈਏ। ਤੇ ਹੋ ਸਕਦਾ ਇਸ ਕੋਸ਼ਿਸ਼ ਦੇ ਵਿੱਚ ਵਿਵਾਦ ਜਿਹੜਾ ਆ ਉਹ ਵਧਾਇਆ ਗਿਆ ਹੈ ਜੀ। ਤੁਸੀਂ ਦੇਖੋ ਵੀ ਨੇਪਾਲ ਵਰਗਾ ਮੁਲਕ ਜੀ ਜਿਹੜਾ ਕਿ ਭਾਰਤ ਦਾ ਪਹਿਲਾਂ ਬਹੁਤ ਦੋਸਤ ਹੋਇਆ ਕਰਦਾ ਸੀਗਾ, ਦੁਨੀਆ ਦਾ ਇੱਕੋ ਇੱਕ ਮੁਲਕ ਜਿਹੜਾ ਕਿ ਹਿੰਦੂ ਮੁਲਕ ਵੀ ਲਾਨਿਆ ਹੋਇਆ ਸੀਗਾ, ਉਸ ਤੋਂ ਬਾਅਦ ਵਿੱਚ ਮਾਓਵਾਦੀ ਪ੍ਰਚੰਡੇ ਨੇ, ਉਹਦੀ ਸਰਕਾਰ ਆਈ, ਇਹਨੂੰ ਧਰਮ ਨਿਰਪੱਖ ਮੁਲਕ ਲਾਨਿਆ। ਉੱਥੋਂ ਦੇ ਲੋਕ ਭਾਰਤ ਨੂੰ ਚੈਲੰਜ ਕਰ ਰਹੇ ਆ ਜੀ। ਟਿਕਟੋਕ ਦੇ ਉੱਤੇ ਵੀਡੀਓਜ਼ ਬਣਾਈਆਂ ਜਾ ਰਹੀਆਂ ਆ ਜਿਹੜੀਆਂ ਕਿ ਸ਼ਰੇਆਮ ਭਾਰਤ ਨੂੰ ਚੜਾਉਣ ਵਾਲੀਆਂ ਆ, ਤੇ ਉਹਨਾਂ ਨੂੰ ਵੀ ਚੀਨ ਦੀ ਸ਼ਹਿ ਹੈਗੀ ਆ। ਸੋ ਚੀਨ ਜਿਹੜਾ ਆ ਕਿਸੇ ਗੇਮ ਪਲਾਨ ਦੇ ਵਿੱਚ ਹੀ ਆ ਕਿ ਭਾਰਤ ਨੂੰ ਇੱਧਰ ਉੱਧਰ ਬਿਜ਼ੀ ਕਰਕੇ ਰੱਖੀਏ ਤਾਂ ਜਿਹੜਾ ਸੀ-ਪੈਕ ਹਾਈਵੇ ਆ ਉਹਨੂੰ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ। ਆਲਵੇਜ਼ ਗੱਲ ਵਪਾਰ ਤੇ ਖੜੀ ਹੈ ਜੀ ਐਂਡ ਤੇ ਜੀ, ਕਿ ਆਪਣੀਆਂ ਸ਼ਰਤਾਂ ਬਣਾਉਣੀਆਂ ਵੀ ਜੇ ਤੁਸੀਂ ਇੱਦਾਂ ਕਰੋਗੇ ਤਾਂ ਅਸੀਂ ਫਿਰ ਇੱਦਾਂ ਕਰਾਂਗੇ, ਨਹੀਂ ਤਾਂ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓ, ਅਮਰੀਕਾ ਦਾ ਸਾਥ ਨਾ ਦਿਓ। ਸੋ ਇੱਕ ਟੈਕਟਿਕ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਆ। ਉਹਦੇ ਵਾਸਤੇ ਪਿਆਰ ਵੀ ਕੀਤਾ ਜਾਂਦਾ, ਬਾਂਹ ਵੀ ਮਰੋੜੀ ਜਾਂਦੀ ਆ, ਤੇ ਕਈ ਵਾਰੀ ਥੱਪੜ ਵੀ ਮਾਰੇ ਜਾਂਦੇ। ਜਿਹੜਾ ਭਾਰਤ ਆ ਕਈ ਵਾਰੀ ਬਾਹਰ ਕਈ ਮੁਲਕਾਂ ਦੇ ਨਾਲ ਉਲਝਿਆ, ਚੀਨ ਦੇ ਨਾਲ ਜੰਗ ਹੋਈ, ਪਾਕਿਸਤਾਨ ਦੇ ਨਾਲ, ਉਹਦੇ ਅੰਦਰੂਨੀ ਵੀ ਕਈ ਮਸਲੇ ਹੈਗੇ ਆ। ਰਾਮ ਮੰਦਰ ਦਾ ਮਸਲਾ ਇੱਕ ਬਹੁਤ ਵੱਡਾ ਮਸਲਾ, ਹੁਣ ਫਿਰ ਉਹ ਚਰਚਾ ਦੇ ਵਿੱਚ ਆਇਆ ਰਾਮ ਮੰਦਰ ਦਾ ਮਸਲਾ। ਹੁਣ ਕੀ ਕੋਈ ਕੋਰਟ ਦੀ ਆਈ ਆ ਉਹਦੇ ਉੱਤੇ ਕੋਈ ਉਹਦਾ ਸੁਣਵਾਈ ਆਈ ਆ ਜਾਂ ਕੀ ਹੋਇਆ ਜੀ? ਹੁਣ ਦੇਖੋ ਜੀ, ਰਾਮ ਮੰਦਰ ਦਾ ਮਸਲਾ ਤਾਂ ਇੱਕ ਇੱਦਾਂ ਦਾ ਮਸਲਾ ਉਭਾਰਿਆ ਗਿਆ ਸੀਗਾ ਵੀ ਉਹ ਜਿਨ੍ਹਾਂ ਨੇ ਉਭਾਰਿਆ ਸੀ ਉਹਨਾਂ ਨੂੰ ਵੀ ਖਾ ਗਿਆ। ਅਡਵਾਨੀ ਉਹਨਾਂ ਦੀ ਮੈਂ ਗੱਲ ਕਰ ਰਿਹਾ, ਜਿਨ੍ਹਾਂ ਨੇ ਰੱਥ ਯਾਤਰਾਵਾਂ ਕੱਢੀਆਂ,
ਤੇ ਉਸ ਤੋਂ ਬਾਅਦ ਦੇ ਵਿੱਚ ਇਹ ਮਸਲਾ ਐਡਾ ਵੱਡਾ ਬਣ ਕੇ ਉੱਭਰਿਆ ਕਿ ਇਹਨੇ ਭਾਜਪਾ ਨੂੰ ਸੱਤਾ ਦੇ ਉੱਤੇ ਬਿਰਾਜਮਾਨ ਕੀਤਾ। ਜਿਹੜੀ ਆ ਮੋਦੀ ਸਰਕਾਰ ਚੱਲ ਰਹੀ ਆ, ਇਹਦਾ ਹੀ ਪ੍ਰਕੋਪ ਹੈਗਾ ਜੀ, ਸਾਰਾ ਪ੍ਰਤਾਪ ਹੈਗਾ ਸੌਰੀ, ਕਿ ਇਹ ਜਿਹੜੀ ਆ ਚੱਲ ਰਹੀ ਆ। ਹੁਣ ਗੱਲ ਕੀ ਹੋਈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਾਬਰੀ ਮਸਜਿਦ ਜਿਹੜੀ ਆ ਢਾਈ ਗਈ। ਬਾਬਰੀ ਮਸਜਿਦ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੇ ਮੁਗਲ ਹਾਕਮ ਸੀਗੇ ਉਹਨਾਂ ਨੇ ਇੱਥੇ ਮੰਦਿਰ ਢਾਹ ਕੇ ਇਹ ਬਣਾਈ ਸੀਗੀ ਤੇ ਇਹ ਗਲਤ ਕੀਤਾ ਸੀਗਾ, ਇਸ ਕਰਕੇ ਹੁਣ ਇਹਨੂੰ ਸੁਧਾਰਨਾ ਆ। ਤੇ ਸੁਪਰੀਮ ਕੋਰਟ ਨੇ ਪਿਛਲੇ ਸਾਲ ਜਿਹੜਾ ਫੈਸਲਾ ਦੇ ਦਿੱਤਾ ਕਿ ਬਾਬਰੀ ਮਸਜਿਦ ਵਾਲੀ ਜਗ੍ਹਾ ਜਿਹੜੀ ਉਹ ਮੰਦਿਰ ਦੀ ਹੀ ਜਗ੍ਹਾ ਆ ਤੇ ਬਣਾਇਆ ਜਾਣਾ ਚਾਹੀਦਾ। ਪਰ ਇਹਦੀ ਜਿਹੜੀ ਖੁਦਾਈ ਚੱਲ ਰਹੀ ਸੀਗੀ ਜੀ, ਉਸ ਖੁਦਾਈ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲੀਆਂ ਵੀ, ਵਿੱਚੋਂ ਕਈ ਕੁਛ ਹੀ ਨਿਕਲਿਆ ਉਹਦੇ ਵਿੱਚੋਂ ਥੱਲਿਓਂ। ਜਦੋਂ ਪੁਰਾਤਨ ਵਿਭਾਗ ਵਾਲੇ ਖੋਜ ਕਰਦੇ ਆ ਉਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਇਹ ਵੀ ਨਿਕਲੀ ਆ ਕਿ ਮੰਦਿਰ ਤੋਂ ਪਹਿਲਾਂ ਇੱਥੇ ਬੋਧੀ ਧਰਮ ਵਾਲਿਆਂ ਦਾ ਸਤੂਪ ਹੋਇਆ ਕਰਦਾ ਸੀਗਾ, ਯਾਨੀ ਕਿ ਉਹਨਾਂ ਦਾ ਧਾਰਮਿਕ ਸਥਾਨ ਹੋਇਆ ਕਰਦਾ ਸੀਗਾ। ਇਹਨੂੰ ਲੈ ਕੇ ਇੱਕ ਕਾਂਗਰਸ ਦੇ ਆਗੂ ਨੇ ਜੀ ਉਦਿਤ ਰਾਜ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜਾਂਚ ਕਰਾਈ ਜਾਵੇ ਕਿ ਮੰਦਿਰ ਹੋਣ ਤੋਂ ਵੀ ਪਹਿਲਾਂ ਇੱਥੇ ਬੋਧੀ ਸਤੂਪ ਹੁੰਦਾ ਸੀਗਾ, ਤੇ ਜੇ ਬੋਧੀ ਸਤੂਪ ਹੁੰਦਾ ਸੀਗਾ ਤਾਂ ਫਿਰ ਉਹ ਬਣਨਾ ਚਾਹੀਦਾ। ਸੋ ਇਸ ਗੱਲ ਨੂੰ ਇੱਕ ਨਵੀਂ ਰੰਗਤ ਜਿਹੜੀ ਆ ਦਿੱਤੀ ਜਾ ਰਹੀ ਆ। ਇਹਦੇ ਵਿੱਚ ਸਰਕਾਰ ਦੀ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿਹੜੇ ਲੋਕਾਂ ਨੇ ਇਤਿਹਾਸ ਪੜ੍ਹਿਆ ਆ ਉਹਨਾਂ ਨੂੰ ਪਤਾ ਕਿ ਅਸ਼ੋਕਾ ਦੇ ਰਾਜ ਦੇ ਵੇਲੇ ਜਿਹੜਾ ਭਾਰਤ ਸੀਗਾ ਉਹਦੇ ਵਿੱਚ ਬੁੱਧ ਧਰਮ ਦਾ ਬੜਾ ਫੈਲਾਅ ਹੋਇਆ ਸੀਗਾ। ਤੇ ਬੁੱਧ ਧਰਮ ਭਾਰਤ ਵਿੱਚ ਹੀ ਨਹੀਂ ਬਲਕਿ ਜਿੰਨਾ ਵੀ ਇਹਦੇ ਵਿੱਚ ਉਸ ਮੁਲਕ ਨਿਕਲੇ ਆ, ਚਾਹੇ ਉਹ ਬੰਗਲਾਦੇਸ਼ ਆ, ਚਾਹੇ ਪਾਕਿਸਤਾਨ ਬਾਅਦ 'ਚ ਬਣ ਗਿਆ, ਅਫਗਾਨਿਸਤਾਨ ਤੱਕ ਬੁੱਧ ਧਰਮ ਦਾ ਫੈਲਾਅ ਹੋਇਆ। ਉਸ ਤੋਂ ਬਾਅਦ ਸਮਾਂ ਪੈਂਦਾ ਗਿਆ ਤੇ ਜਿਹੜੇ ਹਿੰਦੂ ਰਾਜੇ ਸੀਗੇ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਬੁੱਧ ਧਰਮ ਨੂੰ ਖਤਮ ਕੀਤਾ ਜਾਵੇ ਤੇ ਆਪਣਾ ਫੈਲਾਅ ਜਿਹੜਾ ਕੀਤਾ ਜਾਵੇ। ਤੇ ਇੱਕ ਸਮਾਂ ਅਜਿਹਾ ਵੀ ਆਇਆ ਕਿ ਫਿਰ ਬੋਧੀਆਂ ਨੂੰ ਵੱਡੇ ਪੱਧਰ ਦੇ ਉੱਤੇ ਭਾਰਤ ਵਿੱਚ ਮਾਰਿਆ ਗਿਆ ਜੀ। ਬੋਧੀਆਂ ਦਾ ਸਮੂਹਿਕ ਕਤਲੇਆਮ ਹੋਇਆ। ਬੁੱਧ ਧਰਮ ਦੇ ਨਾਲ ਸੰਬੰਧਿਤ ਜਿੰਨੇ ਵੀ ਉਹਨਾਂ ਦੇ ਧਾਰਮਿਕ ਸਥਾਨ ਸੀਗੇ ਉਹ ਨਸ਼ਟ ਕੀਤੇ ਗਏ। ਇੱਥੋਂ ਤੱਕ ਕਿ ਉਹ ਮਹਾਨ ਦਰਖਤ ਬੋਹੜ ਦਾ ਜਿੱਥੇ ਗੌਤਮ ਬੁੱਧ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ, ਬੌਧ ਗਿਆ ਬਿਹਾਰ ਦੇ ਵਿੱਚ ਹੈਗਾ ਜਿਹੜਾ, ਉਹਨੂੰ ਅੱਗ ਲਾ ਦਿੱਤੀ ਗਈ ਸੀਗੀ। ਪਰ ਅੱਗ ਲਾਉਣ ਤੋਂ ਪਹਿਲਾਂ ਉਹਦੀਆਂ ਕੁਝ ਜੜ੍ਹਾਂ ਜਿਹੜੀਆਂ ਆ ਉਹ ਬੋਧੀ ਹੋਰ ਮੁਲਕਾਂ ਵਿੱਚ ਜਿਵੇਂ ਕਿ ਇੰਡੋਨੇਸ਼ੀਆ ਦੇ ਵਿੱਚ, ਵੀਅਤਨਾਮ ਦੇ ਵਿੱਚ, ਥਾਈਲੈਂਡ ਦੇ ਵਿੱਚ ਲੈ ਗਏ ਸੀਗੇ ਜੀ। ਜਿਹੜਾ ਹੁਣ ਦਰਖਤ ਹੈਗਾ ਉੱਥੇ ਉਹ ਬੋਹੜ ਦਾ, ਉੱਥੋਂ ਜੜ੍ਹਾਂ ਜਿਹੜੀਆਂ ਵਾਪਸ ਲਿਆ ਕੇ ਲਾਇਆ ਗਿਆ ਸੀਗਾ। ਸੋ ਇਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀਗੀ ਤੇ ਇਹਦੇ ਵਿੱਚ ਕੋਈ ਦੋ ਰਾਵੇਂ ਹੈ ਨਹੀਂ ਆ ਕਿ ਬੁੱਧ ਧਰਮ ਦਾ ਜਿਹੜਾ ਆ ਖੁਰਾ ਖੋਜ ਆ ਭਾਰਤ ਵਿੱਚੋਂ ਹਿੰਦੂਤਵੀ ਹਾਕਮਾਂ ਨੇ ਉਸ ਵੇਲੇ ਮੁਕਾਇਆ ਸੀਗਾ। ਤੇ ਇਹ ਗੱਲ ਰਾਮ ਮੰਦਿਰ ਦੇ ਮਾਮਲੇ ਵਿੱਚ ਵੀ ਸਹੀ ਹੋ ਸਕਦੀ ਆ। ਤੇ ਜਦੋਂ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਦੇਖੋ ਵੀ ਕਿੰਨਾ ਵਿਕਸਿਤ ਸੀਗਾ ਉਸ ਵੇਲੇ ਬੁੱਧ ਧਰਮ ਤੇ ਸ਼ਾਂਤੀ ਦਾ ਧਰਮ ਸੀਗਾ, ਤੇ ਨਾਲ ਦੀ ਨਾਲ ਤਕਸ਼ਿਲਾ ਯੂਨੀਵਰਸਿਟੀ ਜਿਹੜੀ ਆ ਪੂਰੇ ਦੁਨੀਆ ਦੇ ਵਿੱਚ ਉਹਦਾ ਨਾਂ ਸੀਗਾ। ਬੁੱਧ ਧਰਮ ਖਤਮ ਕੀਤਾ ਗਿਆ, ਉਹਨਾਂ ਦਾ ਰਾਜ ਖਤਮ ਕੀਤਾ ਗਿਆ, ਨਾਲ ਦੀ ਨਾਲ ਉਹਨਾਂ ਦੀ ਯੂਨੀਵਰਸਿਟੀ ਵੀ ਖਤਮ ਕੀਤੀ ਗਈ। ਤਕਸ਼ਿਲਾ ਯੂਨੀਵਰਸਿਟੀ ਜਿਹੜੀ ਆ ਉਹਦੇ ਉੱਤੇ ਹਮਲਾ ਕਰਕੇ ਉਹਨੂੰ ਸਾੜਿਆ ਗਿਆ। ਤੇ ਜਦੋਂ ਮੈਂ ਇਹ ਗੱਲਾਂ ਕਰਦਾ ਮੇਰੇ ਪਤਾ ਨਹੀਂ ਕਿਉਂ ਮਨ ਵਿੱਚ ਗੱਲ ਆਉਂਦੀ ਆ ਕਿ ਹੁਣ ਵੀ ਸਿੱਖਾਂ ਨਾਲ ਉਹ ਜਿਹਾ ਕੁਛ ਕੀਤਾ ਗਿਆ। ਤੁਸੀਂ ਦੇਖੋ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, 37 ਹੋਰ ਗੁਰਦੁਆਰਿਆਂ ਦੇ ਉੱਤੇ ਜੂਨ ਦੇ ਵਿੱਚ ਅਟੈਕ ਕੀਤਾ ਗਿਆ, ਬਿਲਕੁਲ ਉਸੇ ਸਟਾਈਲ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹਦੇ ਵਿੱਚ ਸਿੱਖਾਂ ਦਾ ਕੀਮਤੀ ਖਜ਼ਾਨਾ ਸੀ, ਜਿਵੇਂ ਕਿ ਬੋਧੀਆਂ ਦਾ ਤਕਸ਼ਿਲਾ ਯੂਨੀਵਰਸਿਟੀ ਦੇ ਵਿੱਚ ਪਿਆ ਸੀਗਾ, ਜਿਵੇਂ ਤਕਸ਼ਿਲਾ ਯੂਨੀਵਰਸਿਟੀ ਸਾੜੀ ਗਈ ਉੱਦਾਂ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਉਹ ਸਾੜੀ ਗਈ ਆ। ਤੇ ਤਕਰੀਬਨ ਉਹੀ ਚਾਲਾਂ ਦੇ ਨਾਲ ਸਿੱਖ ਧਰਮ ਨੂੰ ਵੀ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ RSS ਵਾਰ-ਵਾਰ ਕਹਿੰਦੀ ਹੈ ਕਿ ਸਾਡਾ ਖੜਗ ਭੁਜਾਇਆ ਸਾਡੀ ਸਿੱਖ, ਇਹ ਸਾਡੇ ਚੋਂ ਨਿਕਲੇ ਆ, ਸਿੱਖ ਧਰਮ ਜਿਹੜਾ ਉਹ ਹਿੰਦੂਆਂ ਦਾ ਹਿੱਸਾ ਆ। ਤੇ ਉਹੀ ਗੱਲਾਂ ਬੋਧੀਆਂ ਨਾਲ ਕੀਤੀਆਂ ਗਈਆਂ ਸੀਗੀਆਂ ਕਿ ਬੋਧੀ ਜਿਹੜੇ ਹੁਣ ਭਾਰਤ ਵਿੱਚ ਬਹੁਤ ਥੋੜ੍ਹੇ ਰਹਿ ਗਏ, ਪਰ ਜਿਹੜੇ ਹੋਰ ਮੁਲਕ ਆ ਚਾਹੇ ਚੀਨ ਆ, ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ, ਉਹਦੇ ਵਿੱਚ ਜਾ ਕੇ ਜ਼ਿਆਦਾ ਫੈਲ ਗਏ। ਤੇ ਉਹੀ ਗੱਲ ਸਿੱਖਾਂ ਨਾਲ ਹੋਣ ਜਾ ਰਹੀ ਆ। ਸਿੱਖ ਜਿਹੜੇ ਇੰਡੀਆ ਦੇ ਵਿੱਚ ਆ ਹੌਲੀ ਹੌਲੀ ਜਜ਼ਬ ਹੋ ਰਹੇ ਆ, ਜਿਹੜੇ ਇੰਡੀਆ ਤੋਂ ਬਾਹਰ ਆ, ਜਿਹੜੇ ਬਚ ਕੇ ਭੱਜ ਕੇ ਆ ਗਏ, ਉਹ ਹੌਲੀ ਹੌਲੀ ਜਿਹੜੇ ਆ ਪ੍ਰਫੁੱਲਤ ਹੋ ਰਹੇ ਜਿਵੇਂ ਕਿ ਬੋਧੀ ਹੋਏ ਸੀਗੇ। ਸੋ ਰਾਮ ਮੰਦਿਰ ਦੀ ਥਾਂ ਬੋਧੀ ਸਤੂਪ ਹੋਣ ਦੀ ਗੱਲ ਨੇ, ਇਹ ਸਾਰੀਆਂ ਗੱਲਾਂ ਇੱਕ ਵਾਰੀ ਫਿਰ ਚਰਚਾ ਵਿੱਚ ਲੈ ਜਾਂਦੀਆਂ ਸੀ ਜੀ। ਬਿਲਕੁਲ ਗੁਰਪ੍ਰੀਤ ਸਿੰਘ ਜੀ, ਮੈਨੂੰ ਇਹਦਾ ਲੱਗਦਾ ਹੁੰਦਾ ਕਿ ਹਰ ਇੱਕ ਧਰਮ ਨੂੰ ਆਪਣਾ ਮੰਨਣ ਦਾ ਪੂਰਾ ਹੱਕ ਹੋਣਾ ਚਾਹੀਦਾ, ਪਰ ਸਾਰਿਆਂ ਨੂੰ ਇਹ ਇਕੱਠੇ ਰਹਿ ਕੇ ਮਨਾਉਣਾ ਚਾਹੀਦਾ, ਚਾਹੇ ਉਹ ਜਨਮ ਅਸ਼ਟਮੀ, ਰਾਮਨੌਮੀ, ਚਾਹੇ ਈਦ ਆ ਤੇ ਚਾਹੇ ਉਹ ਗੁਰਪੁਰਬ। ਧਰਮ ਦਾ ਮਤਲਬ ਇਹ ਹੈ ਜੀ, ਹਰੇਕ ਧਰਮ ਇਹ ਦਿੰਦਾ ਜੋੜਨਾ ਚਾਹੀਦਾ। ਆਪਾਂ ਹੁਣੇ ਜ਼ਿਕਰ ਕਰ ਰਹੇ ਹਾਂ ਧਰਮਾਂ ਦਾ। ਈਦ ਦਾ ਤਿਉਹਾਰ ਜਿਹੜਾ ਇਸ COVID-19 ਦੇ ਵਿੱਚ ਇਹ ਕਿਦਾਂ ਦਾ ਰਿਹਾ ਜੀ? ਬਹੁਤ ਫਿੱਕਾ ਰਿਹਾ ਜੀ। ਸਪੈਸ਼ਲੀ ਜੇ ਆਪਾਂ ਗੱਲ ਕਰੀਏ ਇੱਥੇ ਦੀ ਜਾਂ ਪੰਜਾਬ ਦੀ, ਤਾਂ ਦੱਸਦੇ ਆ ਕਿ ਲੋਕੀ ਕਈ ਚਾਹੁੰਦੇ ਹੋਏ ਵੀ ਗਲੇ ਨਹੀਂ ਮਿਲ ਸਕੇ ਜੀ। ਜਿਹੜੀ ਤਰ੍ਹਾਂ ਈਦੀ ਵੰਡੀ ਜਾਂਦੀ ਆ, ਖਾਧੀ ਜਾਂਦੀ ਆ, ਹੋਰ ਰਸਮਾਂ ਜਿਹੜੀਆਂ ਆ ਉਹ ਦੂਰ ਦੂਰ ਰਹਿ ਕੇ ਹੋਈਆਂ, ਨਮਾਜ਼ ਵੀ ਫਾਸਲਾ ਰੱਖ ਕੇ ਪੜ੍ਹੀ ਗਈ ਆ। ਤੇ ਇਸ ਕਰਕੇ ਉਹ ਜਿਹੜੀ ਗੱਲ ਹੁੰਦੀ ਆ ਜੀ ਕਿ ਈਦ ਦਾ ਤਿਉਹਾਰ ਆਇਆ ਤੇ ਬਹੁਤ ਖੁਸ਼ੀ ਨਾਲ ਮਨਾਉਣਾ ਆ, ਖੁਸ਼ੀ ਤਾਂ ਸੀਗੀ,
ਪਰ ਉਹਦੇ ਵਿੱਚੋਂ ਜਿਹੜਾ ਰੌਣਕ ਸੀਗੀ, ਉਹ ਰੰਗ ਸੀਗੇ, ਉਹ ਫਿੱਕੇ ਸੀਗੇ। ਹੁਣ ਤਾਂ ਜਿਵੇਂ ਤੁਸੀਂ ਕਿਹਾ, ਅਰਦਾਸ ਹੈ ਵੀ ਗਾਂ ਦੀਵਾਲੀ ਆਉਣੀ ਆ, ਦੁਸਹਿਰਾ ਆਉਣਾ ਆ, ਜਨਮ ਅਸ਼ਟਮੀ ਆਉਣੀ ਆ, ਰਾਮ ਨੌਮੀ ਆਉਣੀ ਆ, ਨਰਾਤੇ ਆਉਣੇ ਆ। ਇਸ ਤਰ੍ਹਾਂ ਸਿੱਖਾਂ ਦੇ ਤਿਉਹਾਰ ਜਿਹੜੇ ਆ ਉਹ ਹੋਰ ਆਉਣੇ ਆ, ਗੁਰਪੁਰਬ ਵਗੈਰਾ ਆਉਣੇ ਆ, ਤੇ ਮੁਸਲਮਾਨਾਂ ਦੀ ਵੀ ਈਦ ਹਜੇ ਇੱਕ ਆਉਣੀ ਆ। ਜਦ ਤੱਕ ਸਾਰਾ ਕੁਝ ਸਹੀ ਹੋ ਜਾਵੇ, ਗਾਂ ਫਿਰ ਕ੍ਰਿਸਮਸ ਵੀ ਆਉਣੀ ਆ, ਤੇ ਸਾਰਾ ਕੁਝ ਜਿਹੜਾ ਨੋਰਮਲ ਹੋ ਜਾਵੇ, ਤਾਂ ਕਿ ਜਿਹੜੇ ਤਿਉਹਾਰ ਆ ਇੱਕ ਦੂਜੇ ਨੂੰ ਜੋੜਦੇ ਆ, ਸਾਂਝਾਂ ਵਧਾਉਂਦੇ ਆ, ਇਹ ਦੁਬਾਰਾ ਖੁਸ਼ੀ ਦੇ ਨਾਲ ਮਨਾਏ ਜਾ ਸਕੇ। ਜਿਵੇਂ ਅਸੀਂ ਵਿਸਾਖੀ ਬਹੁਤ ਢਿੱਲੇ ਮਨ ਨਾਲ ਮਨਾਈ ਆ, ਈਦ ਬਹੁਤ ਫਿੱਕੇ ਮਨ ਨਾਲ ਮਨਾਈ ਆ, ਹੋਰ ਤਿਉਹਾਰ ਜਿਹੜੇ ਆ ਵੱਖ-ਵੱਖ ਧਰਮਾਂ ਦੇ ਉਹ ਬਹੁਤ ਫਿੱਕੇ ਰਹੇ ਆ। ਅਗਾਂਹ ਨਾ ਹੋਵੇ, ਰੌਣਕ ਹੋ ਜਾਵੇ ਤਾਂ ਚੰਗੀ ਗੱਲ ਹੈ ਜੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ। ਇਸੇ ਗੱਲ ਦੀ ਅਸੀਂ ਆਸ ਕਰਦੇ ਹਾਂ ਕਿ ਸਾਰਾ ਕੁਝ ਜਲਦੀ ਠੀਕ ਠਾਕ ਹੋਵੇ। ਗੁਰਪ੍ਰੀਤ ਸਿੰਘ ਜੀ, ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਏ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਕੰਦ ਜੀ, ਇੱਕ ਵਾਰੀ ਫਿਰ ਤੁਹਾਨੂੰ ਪਿਆਰ ਸਤਿਕਾਰ ਭਰੀ, ਅਤੇ ਨਾਲ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।